बाणी नाम देव जियो की राम कली घर पहला। एक ओंकार सतगुर प्रसाद। आनीले कागद काटीले गूडी आकाश मध्य भरमियले। पंच जनास्यो बात बतौआ चीत सो डोरी राखियले। मन राम नामा बेदियले जैसे कनक कला चित मांडियले। रहाओ आनीले कुंभ भराईले ऊदक राजकुआर पुरंदरिये। हस्त विनोद विचार करती है चीत सो गागर राखियले। मंदिर एक द्वार 10 जाके गौ चरावन छाडियले। 5 कोस पर गौ चरावत चीत सो बचरा राखियले। 5 कोस पर गौ चरावत चीत सो बछरा राखियले। कहत नाम देव सुनहो ते लोचन बालक पालन पौडियले। अंतर बाहर काज बेरूदी चीत सो बारक राखियले। हाँ जी, इस शब्द ਦੇ ਵਿੱਚ ਜਿਹੜੇ ਪਾਠ ਆਏ ਹਨ, ਆਨੀ ਲੈ, ਕਾਟੀ ਲੈ, ਭਰਾਈ ਲੈ, ਇਹਨਾਂ ਪਾਠਾਂ ਨੂੰ ਸੰਬੰਧਕ ਕਰਕੇ ਬੋਲਣਾ ਹੈ। ਅਨੀਲੇ ਕਾਟੀਲੇ ਇਸ ਤਰ੍ਹਾਂ ਦੇ ਨਾਲੇ ਪਾਠ ਨਹੀਂ ਬੋਲਣੇ ਹਨ। ਲਿਖਣ ਦੇ ਵਿੱਚ ਭਾਵੇਂ ਛਾਪੇ ਵਿੱਚ ਇਕੱਠੇ ਛਪੇ ਹੋਏ ਹਨ, ਪਰ ਬੋਲਣ ਲੱਗਿਆ ਇਹਨਾਂ ਨੂੰ ਸੰਬੰਧਕ ਕਰਕੇ ਬੋਲਣਾ ਹੈ। ਆਨੀ ਲੈ, ਕਾਟੀ ਲੈ, ਭਰਾਈ ਲੈ। ਤੋ ਇਸ ਤਰ੍ਹਾਂ ਇਹ ਸ਼ਬਦ ਦੇ ਵਿੱਚ ਇਹਨਾਂ ਪਾਠਾਂ ਦਾ ਉਚਾਰਨ ਹੈ ਜੀ। ਮਹਾਰਾਸ਼ਟਰ ਦੀ ਬੋਲੀ ਹੈ। ਉਧਰ ਗਈ ਲੈ, ਆਈ ਲੈ, ਜਾਈ ਲੈ ਇੱਦਾਂ ਬੋਲਦੇ ਹਨ। ਭਗਤ ਨਾਮਦੇਵ ਜੀ ਮਹਾਰਾਜ ਕੋਲ ਭਗਤ ਤ੍ਰਿਲੋਚਨ ਜੀ ਆਏ ਸਨ। ਉਹਨਾਂ ਨੇ ਦੇਖਿਆ ਵੀ ਨਾਮਦੇਵ ਦੇ ਕੰਮਾਂ ਕਾਰਾਂ ਵਿੱਚ ਲੱਗਾ ਹੋਇਆ, ਨਾਮ ਕਦੋਂ ਜਪਦਾ ਹੋਵੇਗਾ। ਸ਼ੰਕਾ ਕੀਤਾ ਤਾਂ ਭਗਤ ਨਾਮਦੇਵ ਜੀ ਦੱਸਦੇ ਆ ਵੀ ਇਸ ਤਰੀਕੇ ਨਾਲ ਜਿਵੇਂ ਪਤੰਗ ਦੀ ਡੋਰ ਫੜ ਕੇ ਪਤੰਗ ਉਡਾਉਣ ਵਾਲਾ ਗੱਲਾਂ ਬਾਤਾਂ ਕਰਦਾ ਹੋਇਆ ਵੀ ਪਤੰਗ ਵਿੱਚ ਆਪਣਾ ਧਿਆਨ ਰੱਖਦਾ ਹੈ। ਜਿਵੇਂ ਘੜੇ ਦੇ ਵਿੱਚ ਪਾਣੀ ਭਰ ਕੇ ਲਿਆਉਣ ਵਾਲੀ ਮੁਟਿਆਰ ਆਪਣੀਆਂ ਸਖੀਆਂ ਨਾਲ ਗੱਲਾਂ ਕਰਦੀ ਹੋਈ ਵੀ ਆਪਣੀ ਗਾਗਰ ਵਿੱਚ ਪਾਣੀ ਵਿੱਚ ਧਿਆਨ ਰੱਖਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਅਕਾਲ ਪੁਰਖ ਦੇ ਪਿਆਰੇ ਵਾਹਿਗੁਰੂ 'ਚ ਆਪਣਾ ਧਿਆਨ ਰੱਖਦੇ ਹਨ। ਹਾਂਜੀ। वेद पुराण शास्त्र अनंता गीत कवित ना गावो गो। अखंड मंडल निरंकार मह अनहद बेन बजावो गो। हाँ जी, ਉੱਪਰ ਪਾਠ ਜਿਹੜਾ ਆਇਆ ਹੈ ਕਵਿਤ, ਇਹਨੂੰ ਇਸੇ ਤਰ੍ਹਾਂ ਦੇ ਨਾਲ ਹੀ ਪੜ੍ਹਨਾ ਹੈ। ਸਿਹਾਰੀ ਜਿਹੜੀ ਹੈ ਉਹ ਵੀ ਬਹੁਤ ਹੀ ਸੂਖਮ ਰੂਪ ਦੇ ਵਿੱਚ ਲੱਗੇਗੀ, ਅਤੇ ਇਸ ਕਰਕੇ ਇਸ ਪਾਠ ਨੂੰ ਕਵਿਤ ਨਹੀਂ ਪੜ੍ਹਨਾ। ਕਵਿਤ ਪਾਠ ਹੀ ਸ਼ੁੱਧ ਹੈ। ਗੀਤ ਕਵਿਤ ਨਾ ਗਾਵੋ ਗੋ, ਇਸ ਤਰ੍ਹਾਂ ਇਸ ਪਾਠ ਦਾ ਉਚਾਰਨ ਹੈ ਜੀ। बैरागी राम है गावो गो। शब्द अतीत अनाहद राता आकुल कह घर जाओ गो। रहाओ एड़ा पिंगुला और सुखमना पवनै बंद रहाओ गो। चांद सूरज दोए सम कर राखो ब्रह्म जोत मिल जाओ गो। तीरथ देख ना जल मह पैसो जीय जंत ना सतावो गो। 68 तीरथ गुरु दिखाए घाट ही भीतर नहाओ गो। पंच सहाय जन की शोभा भलो भलो ना कहावो गो। नामा कह चित हर्ष्यो राता सुन समाद समाओ गो। माए ना होती बाप ना होता कर्म ना होती काया। हम नहीं होते तुम नहीं होते कवन कहाँ ते आया। राम कोय ना किस ही केरा जैसे तरवर पंख बसेरा। रहाओ चांद ना होता सूर ना होता पानी पवन मिलाया। शास्त ना होता वेद ना होता कर्म कहाँ ते आया। खेचर भूचर तुलसी माला गुर प्रसादी पाया। नामा प्रणवै परम तत् है सतगुर होए लखाया। राम कली घर दूजा बानारसी तप करै उलट। तीरथ मरै अगन दहै काया कल्प कीजै। ਹਾਂਜੀ,
ਇਹ ਜਿਹੜਾ ਸ਼ਬਦ ਹੁਣ ਆ ਰਿਹਾ ਹੈ, ਸੰਗਤ ਨੂੰ ਬੇਨਤੀ ਹੈ ਕਿ ਬਹੁਤ ਹੀ ਧਿਆਨ ਦੇ ਨਾਲ ਇਹ ਸ਼ਬਦ ਦਾ ਪਾਠ ਆਪ ਜੀ ਨੇ ਸੁਣਨਾ ਹੈ। ਇਹ ਸ਼ਬਦ ਦੇ ਵਿੱਚ ਅਰਧ ਵਿਸਰਾਮ ਲੱਗਦਾ ਹੈ, ਫਿਰ ਵਿਸਰਾਮ ਲੱਗਦਾ ਹੈ, ਫਿਰ ਅਰਧ ਵਿਸਰਾਮ ਲੱਗਦਾ ਹੈ, ਫਿਰ ਅੱਗੇ ਡੰਡੀ ਆਉਂਦੀਆਂ ਹਨ। ਵਾਨਾਰਸੀ ਤਪ ਕਰੈ ਉਲਟ ਤੀਰਥ ਮਰੈ ਅਗਨ ਦਹੈ ਕਾਇਆ ਕਲਪ ਕੀਜੈ। ਤੋ ਇਸ ਤਰ੍ਹਾਂ ਇਹ ਅਰਧ ਵਿਸਰਾਮ, ਵਿਸਰਾਮ, ਫਿਰ ਅਰਧ ਵਿਸਰਾਮ, ਫਿਰ ਡੰਡੀਆਂ ਆਉਣਗੀਆਂ। ਤੋ ਇਸ ਤਰ੍ਹਾਂ ਆਪ ਜੀ ਨੇ ਬਹੁਤ ਹੀ ਧਿਆਨ ਦੇ ਨਾਲ, ਪੂਰਨ ਧਿਆਨ ਦੇ ਨਾਲ ਇਸ ਸ਼ਬਦ ਨੂੰ ਸਰਵਣ ਕਰਨਾ ਹੈ, ਕਿਉਂਕਿ ਬਹੁਤ ਮਹਿੰਗਾ ਸ਼ਬਦ ਹੈ। ਇਹਦੇ ਵਿੱਚ ਅਰਧ ਵਿਸਰਾਮ ਅਤੇ ਵਿਸਰਾਮ ਆਉਂਦੇ ਹਨ। ਸੋ ਧਿਆਨ ਦੇ ਨਾਲ ਇਸ ਸ਼ਬਦ ਦੇ ਪਾਠ ਨੂੰ ਸਰਵਣ ਕਰੋ ਜੀ। ਬਾਨਾਰਸੀ ਤਪ ਕਰੈ ਉਲਟ ਤੀਰਥ ਮਰੈ। ਤਪ ਕਰੈ ਤੇ ਅਰਧ ਵਿਸਰਾਮ ਜਮਕ ਲੱਗਦਾ ਹੈ। ਬਾਨਾਰਸੀ ਤਪ ਕਰੈ ਉਲਟ ਤੀਰਥ ਮਰੈ ਅਗਨ ਦਹੈ ਕਾਇਆ ਕਲਪ ਕੀਜੈ। ਇਸ ਤਰ੍ਹਾਂ ਇਹ ਪਾਠ ਹੈ। ਬਾਨਾਰਸੀ ਤਪ ਕਰੈ ਉਲਟ, ਇੱਥੇ ਆਪਾਂ ਜਮਕ ਲਗਾਣੀ ਹੈ। ਤੀਰਥ ਮਰੈ, ਇੱਥੇ ਵਿਸ਼ਰਾਮ ਲੱਗੇਗਾ। ਫਿਰ ਅਗਨ ਦਹੈ, ਇੱਥੇ ਸਾਧ ਸੰਗਤ ਜੀ ਮਹਾਂਪੁਰਸ਼ ਕਹਿ ਰਹੇ ਸਨ ਪਹਿਲੇ, ਮਹਿਰੋਂ ਵਾਲੇ ਮਹਾਂਪੁਰਸ਼, ਕਿ ਜਿਸ ਤਰ੍ਹਾਂ ਆਪਾਂ ਵਿਸ਼ਰਾਮ ਤੋਂ ਪਹਿਲੇ ਜੋ ਜਿੱਥੇ ਆਪਾਂ ਰੁਕਦੇ ਹਾਂ ਉਸ ਨੂੰ ਆਪਾਂ ਜਮਕ ਕਹਿੰਦੇ ਹਾਂ, ਭਾਵ ਅਰਧ ਵਿਸ਼ਰਾਮ ਕਹਿੰਦੇ ਹਾਂ। ਫਿਰ ਉਸ ਦੇ ਬਾਅਦ ਵਿਸ਼ਰਾਮ ਹੁੰਦਾ ਹੈ, ਫਿਰ ਉਸ ਤੋਂ ਬਾਅਦ ਵੀ ਆਪਾਂ ਰੁਕਦੇ ਹਾਂ, ਉਸ ਨੂੰ ਸੰਪਰਦਾਵਾਂ ਵਿੱਚ ਠਮਕ ਕਹਿੰਦੇ ਹਨ। ਵਿਸ਼ਰਾਮ ਤੋਂ ਪਹਿਲੇ ਜਮਕ ਹੈ, ਵਿਸ਼ਰਾਮ ਤੋਂ ਬਾਅਦ ਜਿੱਥੇ ਰੁਕਦੇ ਹਾਂ ਉਸ ਨੂੰ ਠਮਕ ਕਹਿੰਦੇ ਹਨ। ਅਤੇ ਇੱਥੇ ਆਪਾਂ ਖਿਆਲ ਰੱਖਣਾ ਹੈ, ਬਾਨਾਰਸੀ ਤਪ ਕਰੈ ਉਲਟ ਤੀਰਥ ਮਰੈ, ਫਿਰ ਅਗਨ ਦਹੈ, ਇੱਥੇ ਫਿਰ ਰੁਕਣਾ ਹੈ। ਕਾਇਆ ਕਲਪ ਕੀਜੈ, ਭਾਵ ਉਲਟ 'ਤੇ ਜਮਕ ਲੱਗੇਗੀ, ਤੀਰਥ ਮਰੈ ਇੱਥੇ ਵਿਸ਼ਰਾਮ ਲੱਗੇਗਾ। ਬਾਨਾਰਸੀ ਤਪ ਕਰੈ ਉਲਟ ਤੀਰਥ ਮਰੈ ਅਗਨ ਦਹੈ ਕਾਇਆ ਕਲਪ ਕੀਜੈ। ਅਸਮੇਧ ਜਗ ਕੀਜੈ ਸੋਨਾ ਗਰਭ ਦਾਨ ਦੀਜੈ। ਅਸਮੇਧ ਜਗ ਕੀਜੈ, ਇੱਥੇ ਜਮਕ ਹੈ। ਸੋਨਾ ਗਰਭ ਦਾਨ ਦੀਜੈ, ਇੱਥੇ ਵਿਸ਼ਰਾਮ ਹੈ। ਅਸਮੇਧ ਜਗ ਕੀਜੈ ਸੋਨਾ ਗਰਭ ਦਾਨ ਦੀਜੈ। ਰਾਮ ਨਾਮ ਸਰ ਤਉ ਨ ਪੂਜੈ। ਇਹ ਤਉ ਨਾ ਪੂਜੈ, ਰਾਮ ਨਾਮ ਸਰ, ਇੱਥੇ ਜਮਕ ਹੈ। ਤਉ ਨਾ ਪੂਜੈ, ਇੱਥੇ ਪੂਜੈ ਪੋਲੇ ਪਾਠ ਨਹੀਂ ਕਰਨਾ। ਪੂਜੈ ਦਾ ਅਰਥ ਹੈ ਪੁੱਜ ਨਹੀਂ ਸਕਦਾ, ਪਹੁੰਚ ਨਹੀਂ ਸਕਦਾ। ਇਸ ਕਰਕੇ ਤਉ ਨਾ ਪੂਜੈ, ਭਾਵ ਕੱਸ ਕੇ ਪਾਠ ਕਰਨਾ ਹੈ। ਛੋੜ ਛੋੜ ਰੇ ਪਾਖੰਡੀ ਮਨ ਕਪਟ ਨਾ ਕੀਜੈ। ਹਰ ਕਾ ਨਾਮ ਨਿਤ ਨਿਤ ਹੈ ਲੀਜੈ। ਰਹਾਉ ਗੰਗਾ ਜੋ ਗੋਦਾਵਰ ਜਾਈਐ। ਕੁੰਭ ਜੋ ਕੇਦਾਰ ਨਹਾਈਐ। ਗੋਮਤੀ ਸਹਿਸ ਗਊ ਦਾਨ ਕੀਜੈ। ਕੋਟ ਜੋ ਤੀਰਥ ਕਰੈ। ਤਾਨ ਜੋ ਹਿਵਾਲੇ ਗਾਰੈ। ਰਾਮ ਨਾਮ ਸਰ ਤਉ ਨਾ ਪੂਜੈ। ਆਸ ਦਾਨ ਗਜ ਦਾਨ ਸਿਹਜਾ ਨਾਰੀ ਭੂਮ ਦਾਨ। ਐਸੋ ਦਾਨ ਨਿਤ ਨਿਤ ਹੈ ਕੀਜੈ। ਆਤਮ ਜੋ ਨਿਰਮਾਇਲ ਕੀਜੈ। ਆਪ ਬਰਾਬਰ ਕੰਚਨ ਦੀਜੈ। ਰਾਮ ਨਾਮ ਸਰ ਤਉ ਨਾ ਪੂਜੈ। ਮਨ ਹੈ ਨਾ ਕੀਜੈ ਰੋਸ। ਜਮ ਹੈ ਨਾ ਦੀਜੈ ਦੋਸ। ਨਿਰਮਲ ਨਿਰਬਾਣ ਪਦ ਚੀਨ ਲੀਜੈ। ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ। ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਜਿਵੇਂ ਸਾਧ ਸੰਗਤ ਜੀ ਮਹਾਂਪੁਰਸ਼ਾਂ ਨੇ ਪੂਜਾ ਪਾਠ ਦੱਸਿਆ ਹੈ, ਇਹ ਅੱਖਰ ਤਾਂ ਉਹੀ ਨੇ ਪਰ ਭਾਵਨਾ ਬਦਲ ਜਾਂਦੀ ਹੈ। ਇੱਕ ਦਿਨ ਸੰਤ ਬਾਬਾ ਪੰਚਮ ਪ੍ਰਕਾਸ਼ ਜੀ ਉਦਾਸੀਨ ਮਹਾਂਵਿਦਵਾਨ ਆਏ ਸਨ। ਉਹਨਾਂ ਨੇ ਦੱਸਿਆ ਸੀ ਕਿ ਇੱਕੋ ਹੀ ਸ਼ਬਦ ਨੂੰ ਅਸੀਂ ਕਿੰਨੇ ਤਰ੍ਹਾਂ ਬੋਲਦੇ ਹਾਂ। ਮਿਸਾਲ ਦਿੱਤੀ ਸੀ ਵੀ ਮੈਂ ਤੈਨੂੰ ਜਾਣਦਾ ਹਾਂ। ਮੈਂ ਤੈਨੂੰ ਜਾਣਦਾ ਹਾਂ ਦਾ ਮਤਲਬ ਮੈਂ ਤੁਹਾਨੂੰ ਜਾਣਦਾ ਹਾਂ। ਫਿਰ ਪ੍ਰਸ਼ਨਵਾਚਕ ਮੈਂ ਤੁਹਾਨੂੰ ਜਾਣਦਾ ਹਾਂ, ਉਹ 'ਚ ਪ੍ਰਸ਼ਨ ਆ ਗਿਆ ਕੀ ਮੈਂ ਤੁਹਾਨੂੰ ਜਾਣਦਾ ਹਾਂ, ਉਹਦੀ ਕੀ ਲਾ ਲਓ ਕੋਲੋਂ ਅਰਥ ਕਰਨ ਵਾਸਤੇ। ਜਾਂ ਫਿਰ ਤੀਜਾ ਮੈਂ ਤੈਨੂੰ ਜਾਣਦਾ ਹਾਂ।
ਮੈਂ ਤੈਨੂੰ ਜਾਣਨਾ ਚੰਗੀ ਤਰ੍ਹਾਂ, ਗੁੱਸੇ ਨਾਲ। ਗੱਲ ਉਹੀ ਹੈ, ਪਰ ਜਦੋਂ ਬੋਲਣਾ ਉਦੋਂ ਭਾਵਨਾ ਇੱਥੇ ਬਣਾਉਣੀ ਹੈ ਪੁੱਜਣ ਦੀ। ਰਾਮ ਨਾਮ ਸਰਤਉ ਨਾ ਪੂਜੈ, ਭਾਵ ਪਰਮੇਸ਼ਰ ਦੇ ਨਾਮ ਦੇ ਬਰਾਬਰ ਕੋਈ ਚੀਜ਼ ਪੁੱਜਦੀ ਨਹੀਂ। ਜੋ ਮਰਜ਼ੀ ਕਰ ਲਓ, ਸੋਨਾ ਗਰਭਦਾਨ ਦੀਜੈ। ਸੋਨੇ ਨੂੰ ਪੇਠੇ 'ਚ ਪਾ ਕੇ, ਅਧਵਾਣੇ 'ਚ ਪਾ ਕੇ, ਖਰਬੂਜੇ 'ਚ ਪਾ ਕੇ ਅਤੇ ਉਹ ਦਾਨ ਦੇ ਦਿੰਦੇ ਸੀ, ਉਹਨੂੰ ਗਰਭਦਾਨ ਕਹਿੰਦੇ ਸੀ। ਉੱਪਰੋਂ ਤਾਂ ਖਰਬੂਜਾ ਜਾਂ ਕੋਈ ਹਦਵਾਣਾ ਜਾਂ ਕੋਈ ਪੇਠਾ, ਅਤੇ ਜਦੋਂ ਅਗਲੇ ਨੇ ਘਰ ਜਾ ਕੇ ਸਬਜ਼ੀ ਕੱਟਣੀ ਹੈ ਉਹਦੇ 'ਚੋਂ ਨਿਕਲਣਾ ਸੋਨਾ, ਉਹਨੂੰ ਗਰਭਦਾਨ। ਇੱਦਾਂ ਦੇ ਦਾਨ ਕਰ ਦੇਵੇ ਬੇਸ਼ੱਕ, ਪਰ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦਾ। ਨਾਮ ਸਭ ਤੋਂ ਉੱਪਰ ਹੈ। ਅੱਗੇ ਪੰਕਤੀ ਆਈ ਹੈ, ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ। ਪਹਿਲਾਂ ਵੀ ਇੱਕ ਦਿਨ ਬਚਨ ਆਇਆ ਸੀ ਕਿ ਭਗਤ ਨਾਮਦੇਵ ਜੀ ਦਾ ਬਚਨ, ਪਾਂਡੇ ਤੁਮਰਾ ਰਾਮਚੰਦ ਸੋ ਪੀ ਆਵ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਤੋ ਉੱਥੇ ਖੰਡਨ ਸ਼ਬਦ, ਖੰਡਨ ਦੇ ਅਰਥਾਂ 'ਚ ਨਜ਼ਰ ਆਉਂਦਾ ਵੀ ਰਾਮਚੰਦਰ ਜੀ ਦਾ ਖੰਡਨ ਕਰ ਰਹੇ ਨੇ। ਇੱਥੇ ਮੰਡਨ ਦੇ ਅਰਥ ਆਉਂਦਾ ਵੀ ਦਸ਼ਰਥ ਦਾ ਬੇਟਾ ਮੇਰਾ ਰਾਮਚੰਦਰ ਹੈ। ਉੱਥੇ ਪਾਂਡੇ ਤੁਮਰਾ ਕਰਕੇ ਕਹਿੰਦੇ ਹਨ। ਸੋ ਉਸ ਦਿਨ ਵਿਚਾਰ ਇਹ ਕੀਤੀ ਸੀ ਕਿ ਮਹਾਂਪੁਰਸ਼ ਨਾ ਖੰਡਨ ਕਰਦੇ ਨਾ ਮੰਡਨ ਕਰਦੇ ਆ। ਮਹਾਂਪੁਰਸ਼ ਤਾਂ ਇੱਕ ਤੱਤ ਦਾ ਬਚਨ ਸਮਝਾਉਂਦੇ ਹਨ। ਖੰਡਨ ਕੀਤਾ ਜਿਹੜੇ ਲੋਕ ਰਾਮਚੰਦਰ 'ਤੇ ਕਬਜ਼ਾ ਕਰਕੇ ਬੈਠੇ ਵੀ ਰਾਮਚੰਦਰ ਸਾਡਾ ਹੀ ਹੈ, ਹੋਰ ਕਿਸੇ ਦਾ ਨਹੀਂ, ਤਾਂ ਉਹ ਫਿਰ ਕਹਿੰਦੇ ਆ ਫਿਰ ਤਾਂ ਜਾਣਦੇ ਹਾਂ ਜਿਸ ਨੇ ਸੀਤਾ ਗਵਾ ਲਈ ਸੀ। ਅਤੇ ਜਿੱਥੇ ਰਾਮਚੰਦਰ ਦੇ ਵਿੱਚ ਵੀ ਪਰਮੇਸ਼ਰ ਦੀ ਜੋਤ ਹੈ। ਹੁਣ ਸਾਡੇ 'ਚ ਕਈ ਭਰਾ ਕਥਾ ਕਰਦੇ ਹੋਏ ਬੜੇ ਉਲਝ ਜਾਂਦੇ ਹਨ। ਕਥਾ ਕਰਦਿਆਂ ਨੂੰ ਬੜੀ ਮੁਸੀਬਤ ਪੈਂਦੀ ਜਦੋਂ ਇਹੋ ਜਿਹੀ ਪੰਕਤੀ ਆ ਜਾਂਦੀ ਹੈ। ਉਹ ਕਹਿੰਦੇ ਰਾਮ ਦਾ ਮਤਲਬ ਉਹ ਰਾਮ ਨਹੀਂ ਜਿਹੜਾ ਦਸ਼ਰਥ ਦਾ ਬੇਟਾ ਸੀ, ਉਹ ਰਾਮ ਹੈ ਜਿਹੜਾ ਸਾਰਿਆਂ 'ਚ ਰਮਿਆ ਹੋਇਆ। ਉਹਨਾਂ ਮਹਾਂਪੁਰਸ਼ਾਂ ਨੂੰ ਇਹ ਪੁੱਛੀਏ ਵੀ ਜਿਹੜਾ ਸਾਰਿਆਂ 'ਚ ਰਮਿਆ ਹੋਇਆ, ਚੋਰਾਂ 'ਚ, ਸਾਧਾਂ 'ਚ, ਡਾਕੂਆਂ 'ਚ, ਬਦਮਾਸ਼ਾਂ 'ਚ, ਉਹ ਰਾਮਚੰਦਰ 'ਚ ਕੋਈ ਨਹੀਂ ਹੋਣਾ? ਉਹ ਰਾਮਚੰਦਰ ਦੇ ਵਿੱਚ ਵੀ ਤਾਂ ਉਹਦੀ ਜੋਤ ਹੋਵੇਗੀ। ਤਾਂ ਅਸੀਂ ਇਸ ਗੱਲ 'ਚ ਕਿਉਂ ਪਈਏ? ਗੱਲ ਸਾਫ਼ ਹੈ ਵੀ ਸਾਰਿਆਂ 'ਚ ਰਮਿਆ ਹੋਇਆ। ਜਿਹੜਾ ਰਾਮਚੰਦਰ 'ਚ ਰਮਿਆ ਹੋਇਆ ਉਹ ਸਾਡੇ ਤੁਹਾਡੇ 'ਚ ਵੀ ਰਮਿਆ ਹੋਇਆ। ਅਸੀਂ ਉਹਦੇ 'ਤੇ ਧਿਆਨ ਰੱਖਣਾ ਹੈ। ਸੋ ਉਲਝਣ ਪੈ ਜਾਂਦੀ ਹੈ। ਉਲਝਣ ਉਹਨਾਂ ਨੂੰ ਪੈਂਦੀ ਹੈ ਜਿਹੜੇ ਭਰਮ ਭੁਲੇਖਿਆਂ 'ਚ ਪਏ ਹੋਏ ਨੇ, ਮੈਂ ਮੇਰੀ ਦੇ ਚੱਕਰ 'ਚ ਪਏ ਹੋਏ ਨੇ। ਇੱਥੇ ਪੰਕਤੀ ਆਈ ਹੈ, ਜਸਰਥ ਰਾਏ ਨੰਦ। ਨੰਦ ਕਹਿੰਦੇ ਬੇਟੇ ਨੂੰ, ਦਸ਼ਰਥ ਦਾ ਬੇਟਾ ਰਾਜਾ ਮੇਰਾ ਰਾਮਚੰਦ, ਪਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਪਰ ਇਹਦਾ ਇਹ ਵੀ ਅਰਥ ਨਹੀਂ ਲੈ ਲੈਣਾ ਵੀ ਅਸੀਂ ਸ੍ਰੀ ਰਾਮਚੰਦਰ ਜੀ ਦੀ ਮੂਰਤੀ ਬਣਾ ਕੇ ਪੂਜਣ ਲੱਗ ਜਾਈਏ। ਖਾਲਸੇ ਨੂੰ ਮੂਰਤੀ ਪੂਜਕ ਵੀ ਨਹੀਂ ਬਣਾਇਆ ਮਹਾਰਾਜ ਨੇ, ਦੇਹ ਨਾਲ ਜੋੜਿਆ ਹੀ ਨਹੀਂ। ਜਿਹੜੀ ਮਹਾਂਪੁਰਸ਼ਾਂ ਦੇ ਵਿੱਚ ਸ਼ਕਤੀ ਹੈ ਉਹਦੇ ਨਾਲ ਜੋੜਿਆ। ਉਹ ਅਕਾਲ ਪੁਰਖ ਦੀ ਜੋਤ ਸਰੂਪੀ ਹੈ। ਭਗਤ ਨਾਮਦੇਵ ਜੀ ਆਪ ਵੀ ਮੂਰਤੀ ਪੂਜਕ ਨਹੀਂ ਹਨ, ਇਸੇ ਭਰਮ ਵਿੱਚ ਵੀ ਨਹੀਂ ਪੈਣਾ। ਅਤੇ ਜੇ ਕੋਈ ਮੂਰਤੀ ਦੀ ਪੂਜਾ ਕਰ ਰਿਹਾ ਉਹਦੇ ਨਾਲ ਬਹਿਸ ਵੀ ਨਹੀਂ ਕਰਨੀ। ਖਾਲਸਾ ਕਿਸੇ ਦੇ ਖੰਡਨ ਮੰਡਨ 'ਚ ਨਹੀਂ ਪੈਂਦਾ। ਖਾਲਸੇ ਦਾ ਨਿਸ਼ਾਨਾ ਅਕਾਲ ਪੁਰਖ ਦੀ ਬੰਦਗੀ ਹੈ। ਕਿਸੇ ਤਰੀਕੇ ਨਾਲ ਕੋਈ ਕਰ ਰਿਹਾ ਉਹਦੇ ਨਾਲ ਵੈਰ ਵਿਰੋਧ ਵੀ ਨਹੀਂ ਕਰਨਾ। ਸੋ ਇਹ ਬੜਾ ਸੂਖਮ ਜਿਹਾ ਸਿਧਾਂਤ ਹੈ। ਗੁਰਬਾਣੀ ਦੇ ਪੜ੍ਹਦਿਆਂ, ਨਾਮ ਜਪਦਿਆਂ, ਮਹਾਂਪੁਰਸ਼ਾਂ ਦੀ ਸੰਗਤ ਕਰਦਿਆਂ ਇਹ ਚੀਜ਼ਾਂ ਦਾ ਪਤਾ ਲੱਗਦਾ ਹੈ ਸਾਧ ਸੰਗਤ ਜੀ। ਹਾਂਜੀ।